ਸੋ ਡੀਅਰ ਸਟੂਡੈਂਟਸ ਕਲਾਸ 8ਵੀਂ ਦੇ ਗਣਿਤ ਵਿਸ਼ੇ ਨਾਲ ਸੰਬੰਧਿਤ ਸੈਸ਼ਨ ਵਿੱਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਐਕਸਰਸਾਈਜ਼ ਨੰਬਰ 3.2 ਅਸੀਂ ਕਰਨ ਜਾ ਰਹੇ ਹਾਂ, ਜੋ ਕਿ ਚੈਪਟਰ ਚਤੁਰਭੁਜਾਵਾਂ ਨੂੰ ਸਮਝਣਾ ਮੀਨਸ ਅੰਡਰਸਟੈਂਡਿੰਗ ਕੁਆਡਰੀਲੇਟਰਲ ਨਾਲ ਰਿਲੇਟਿਡ ਹੈ। ਤੇ ਵਿਦਿਆਰਥੀਓ, ਇਸ ਐਕਸਰਸਾਈਜ਼ ਵਿੱਚ ਅਸੀਂ ਚਤੁਰਭੁਜ यानी कि ਕਿਹੜੀ ਚਤੁਰਭੁਜ ਦੇਖੋ, ਰੈਕਟੈਂਗਲ, ਸਕੁਏਅਰ, ठीक है, यानी कि वर्ग, ओके, और ਇਹਨਾਂ ਦੀਆਂ ਕੁਝ ਪ੍ਰੋਪਰਟੀਜ਼ ਬਾਰੇ ਜੋ ਸਮ ਹਨ ਉਹ ਅਸੀਂ ਕਰਨ ਜਾ ਰਹੇ ਹਾਂ। ਤੇ ਵਿਦਿਆਰਥੀਓ, ਇਸ ਤੋਂ ਪਹਿਲਾਂ ਅਸੀਂ ਸਾਰੀਆਂ ਪ੍ਰੋਪਰਟੀਜ਼ ਜਿਹੜੀਆਂ ਨੇ ਰੈਕਟੈਂਗਲ ਦੀਆਂ ਕੀ ਪ੍ਰੋਪਰਟੀਜ਼ ਹੁੰਦੀਆਂ ਨੇ, ਸਕੁਏਅਰ ਦੀਆਂ ਕੀ ਪ੍ਰੋਪਰਟੀਜ਼ ਹੁੰਦੀਆਂ ਨੇ, ਉਹ ਅਸੀਂ ਸਾਰੀਆਂ ਡਿਸਕਸ ਕਰ ਚੁੱਕੇ ਹਾਂ। ਤੋ ਜੇਕਰ ਤੁਹਾਨੂੰ ਉਹ ਪ੍ਰੋਪਰਟੀਜ਼ ਆਉਂਦੀਆਂ ਨੇ ਤਾਂ ਫਿਰ ਬੱਚੋ ਇਹ ਐਕਸਰਸਾਈਜ਼ ਬਹੁਤ ਹੀ ਈਜ਼ੀ ਹੈ। ਪਰ ਇਸ ਤੋਂ ਪਹਿਲਾਂ ਤੁਸੀਂ ਇਹ ਪ੍ਰੋਪਰਟੀਜ਼, ਰੈਕਟੈਂਗਲ ਦੀਆਂ ਪ੍ਰੋਪਰਟੀਜ਼ ਕੀ ਨੇ, ਸਕੁਏਅਰ ਦੀਆਂ ਪ੍ਰੋਪਰਟੀਜ਼ ਕੀ ਨੇ, ਸਿਮਿਲਰਲੀ ਰੋਮਬਸ ਦੀਆਂ ਪ੍ਰੋਪਰਟੀਜ਼ ਕੀ ਨੇ, ਉਹ ਤੁਹਾਨੂੰ ਆਉਣੀਆਂ ਬਹੁਤ ਜ਼ਰੂਰੀ ਹਨ। ਰੋਮਬਸ ਦਾ ਮਤਲਬ ਸਮਚਤੁਰਭੁਜ, ਸਕੁਏਅਰ ਦਾ ਮਤਲਬ ਵਰਗ ਤੇ ਰੈਕਟੈਂਗਲ ਦਾ ਮਤਲਬ ਆਇਤ। ਤੋ ਵਿਦਿਆਰਥੀਓ, ਆਓ ਅਸੀਂ ਇਹ ਐਕਸਰਸਾਈਜ਼ ਸਟਾਰਟ ਕਰਦੇ ਹਾਂ। ਦੋਨੋਂ ਮੀਡੀਅਮ ਵਿੱਚ ਹੋਏਗੀ, ਇੰਗਲਿਸ਼ ਵਿੱਚ ਵੀ ਤੇ ਪੰਜਾਬੀ ਦੇ ਵਿੱਚ ਵੀ। ਤੋ ਇਸ ਵਿੱਚ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ ਉਹ ਤੁਹਾਡੀ ਸਕਰੀਨ ਦੇ ਉੱਪਰ ਫਲੈਸ਼ ਹੋ ਰਿਹਾ। ਇਸ ਦੇ ਵਿੱਚ ਐਕਚੁਅਲ ਦੇ ਵਿੱਚ ਬੱਚੋ ਜਿਹੜੇ ਕੁਐਸਚਨ ਹਨ ਉਹ ਤਿੰਨ ਕੁਐਸਚਨ ਹਨ ਇੱਥੇ, ਠੀਕ ਹੈ। ਤੋ ਤਿੰਨ ਕੁਐਸਚਨ ਦੇ ਵਿੱਚੋਂ ਪਹਿਲਾ ਕੁਐਸਚਨ ਜਿਹੜਾ ਹੈ ਉਹ ਹੈ ਜੀ identify the quadrilateral in which all angles are equal। ਕਿ ਉਹ ਕੁਆਡਰੀਲੇਟਰਲ ਨੂੰ ਪਹਿਚਾਨੋ, ਉਹ ਚਤੁਰਭੁਜ ਨੂੰ ਪਹਿਚਾਨੋ ਜਿਹਦੇ ਸਾਰੇ ਕੋਣ ਬਰਾਬਰ ਹੁੰਦੇ ਹਨ, ਠੀਕ ਹੈ। ਦੇਖੋ, ਕੋਣ ਤਾਂ ਵਰਗ ਵਿੱਚ ਵੀ ਬਰਾਬਰ ਹੁੰਦੇ ਹਨ, ਆਇਤ ਵਿੱਚ ਵੀ ਬਰਾਬਰ ਹੁੰਦੇ ਹਨ, ਠੀਕ ਹੈ। ਤੋ ਅਗਲਾ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਆਪੋਜ਼ਿਟ ਸਾਈਡਸ ਵੀ ਇਕੁਅਲ ਹੋਣ, ਠੀਕ ਹੈ। ਆਪੋਜ਼ਿਟ ਸਾਈਡਸ ਵੀ ਕੀ ਆ, ਇਕੁਅਲ ਹੋਣ। ਆਪੋਜ਼ਿਟ ਸਾਈਡ ਇਕੁਅਲ ਹੋਣੀਆਂ ਚਾਹੀਦੀਆਂ। ਤੋ ਵਿਦਿਆਰਥੀਓ, ਤੁਹਾਡੇ ਦਿਮਾਗ ਦੇ ਵਿੱਚ ਫਿਰ ਕੀ ਆਏਗਾ, ਦੇਖੋ ਤੁਹਾਨੂੰ ਪਤਾ ਹੈ ਕਿ ਉਹ ਚਤੁਰਭੁਜ ਜਿਸ ਦੀਆਂ ਆਪੋਜ਼ਿਟ ਸਾਈਡ, ਇਹ ਵਾਲੀ ਸਾਈਡ ਇਹਦੇ ਬਰਾਬਰ ਔਰ ਇਹ ਵਾਲੀ ਸਾਈਡ ਦੇਖੋ ਜਿਹੜੀ ਮੈਂ ਫਿਗਰ ਬਣਾਈ ਹੈ ਇਹਦੇ ਬਰਾਬਰ ਹੋਏਗੀ। ਤੋ ਵਿਦਿਆਰਥੀਓ ਇੱਕ ਆਇਤ ਬਣ ਗਈ, ਠੀਕ ਹੈ। ਆਇਤ ਦਾ ਮਤਲਬ ਰੈਕਟੈਂਗਲ। ਤੋਂ ਇਸ ਦਾ ਆਂਸਰ ਜਿਹੜਾ ਹੈ ਉਹ ਕੀ ਆਏਗਾ, ਰੈਕਟੈਂਗਲ। ਤੋਂ ਤੁਸੀਂ ਇਹਦਾ ਆਂਸਰ ਜਿਹੜਾ ਹੈ ਉਹ ਰੈਕਟੈਂਗਲ ਲਿਖਣਾ ਹੈ, ਨਾਲੇ ਬਣਾਉਣੀ ਵੀ ਹੈ, ਓਕੇ, ਨਾਲੇ ਫਿਗਰ ਵੀ ਬਣਾਉਣੀ ਹੈ, ਬਿਨਾਂ ਫਿਗਰ ਤੋਂ ਨਹੀਂ ਕਰਨਾ ਹੈ। ਅਗਲਾ ਹੈ ਆइडेंटिफाई द क्वाड्रिलेटरल इन विच ऑल साइड्स आर इक्वल, सारियां साइड बराबर होण, एंड ईच एंगल इज 90 डिग्री, सारे एंगल भी बराबर होण। किन्ने डिग्री दे, 90 डिग्री दे। पर इत्थे सारियां साइड भी बराबर दित्तियां ने, 90 डिग्री दे एंगल तां इत्थे भी सारे ने। पर जेकर असीं इत्थे सारियां साइडां विचों बराबर कर दिंदे हां, सिर्फ दो ही प्रॉपर्टीज दित्तियां ने, तो ਇਹ ਵਿੱਚੋਂ ਤੁਹਾਡੇ ਕੋਲ ਇੱਕ ਵਰਗ ਬਣਿਆ, ठीक है। सारियां साइड बराबर, सारे एंगल 90 डिग्री दे, तो ये विद्यार्थियों वर्ग मतलब कि स्केयर तुहानू मिलिया। तो इसका आंसर आएगा स्केयर, नाल ड्रॉ जरूर करना हैगा। अगला क्वेश्चन है आइडेंटिफाई द क्वाड्रिलेटरल इन विच डायगोनल्स बाइसेक्ट ईच अदर एट 90 डिग्री एंड डायगोनल्स आर ऑफ इक्वल लेंथ, ठीक है। डायगोनल जिहड़े ने इक्वल लेंथ दे ने। तो डायगोनल विचों ਬਾਈਸੈਕਟ ਦੋ ਫਿਗਰ ਦੇ ਵਿੱਚ ਕਰਦੇ ਹਨ। ਦੋ ਫਿਗਰ ਕਿਹੜੀਆਂ ਸੀ, ਇੱਕ ਸੀਗੀਆਂ ਵਿੱਚੋਂ ਰੋਮਬਸ, ਠੀਕ ਹੈ। ਅਸੀਂ ਪੜ੍ਹਿਆ ਸੀ ਰੋਮਬਸ ਦੇ ਵਿੱਚ ਵੀ ਡਾਇਗਨਲ ਇੱਕ ਦੂਸਰੇ ਨੂੰ 90 ਡਿਗਰੀ ਤੇ ਬਾਈਸੈਕਟ ਕਰਦੇ ਹਨ। ਤੇ ਵਿਦਿਆਰਥੀਓ, ਜੋ ਅਸੀਂ ਆ ਸਕੁਏਅਰ ਬਣਾਇਆ ਹੈ ਇਹ ਦੁਬਾਰਾ ਤੁਸੀਂ ਇੱਥੇ ਬਣਾ ਲਓ, ਠੀਕ ਹੈ। ਮੈਂ ਬਣਾ ਵੀ ਦਿੰਦਾ, ਮੇਰੇ ਕੋਲ ਜਗ੍ਹਾ ਥੋੜੀ ਘੱਟ ਹੈ। ਤਾਂ ਇਹਦੇ ਵਿੱਚ ਬੱਚੋ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਡਾਇਗਨਲ ਬਾਈਸੈਕਟ ਕਰਦੇ ਨੇ 90 ਡਿਗਰੀ ਦੇ ਉੱਪਰ। पर ये डायगनल लेंथ इक्वल हुंदी है, इत्थे डायगनल इक्वल हुंदे हन। तो इस करके इहदा आंसर जिहड़ा है वो स्क्वायर आएगा, ठीक है। की आएगा जी, स्क्वायर आएगा, ना कि रोमबस, ठीक है। रोमबस दे विच ये जिहड़े डायगनल्स ने वो बराबर नहीं हुंदे हन। सम चतुर्भुज दे विच डायगनल्स जिहड़े वो बराबर नहीं हुंदे हन। डायगनल किस बराबर हुंदे ने, स्क्वायर दे विच बराबर हुंदे हन। क्लीयर सारिਆਂ ਨੂੰ। तो उस तो बाद अगला ਅਸੀਂ ਹੁਣ क्वेश्चन ਜਿਹੜਾ ਹੈ ਉਹ ਕਰਨ ਜਾ ਰਹੇ ਹਾਂ। ਤਿੰਨ ਸਮ ਅਸੀਂ ਇਹ ਕਰ ਚੁੱਕੇ ਹਾਂ, ਅਗਲੇ ਸਮ ਹੁਣ ਅਸੀਂ ਕਰਾਂਗੇ। तो ਪਿਆਰੇ ਵਿਦਿਆਰਥੀਓ, ਇਸ ਤੋਂ ਬਾਅਦ ਅਸੀਂ ਹੁਣ ਨੈਕਸਟ ਸਾਡਾ ਜੋ ਸਮ ਹੋਏਗਾ ਉਹ ਅਸੀਂ ਕਰਨ ਜਾ ਰਹੇ ਹਾਂ। ਇਸ ਵਿੱਚ ਤੁਹਾਨੂੰ ਇੱਕ ਆਇਤ ਦਿੱਤੀ ਹੈ ਜਿਸ ਦਾ ਨਾਮ ਦਿੱਤਾ ਗਿਆ ਹੈ ਰੇਸ,
ठीक है RAC इत्थे बच्चों E पॉइंट लिख दियो RACE ठीक है C पॉइंट A हैगा ओके मिसप्रिंट है थोड़ा ते इस रेक्टेंगल दे विच तुसीं एक्स वाई ते Z ਦੀਆਂ ਵੈਲਿਊਜ਼ ਜਿਹੜੀਆਂ ਨੇ ਉਹ ਫਾਈਂਡ ਕਰਨੀਆਂ ਹਨ ਠੀਕ ਹੈ एक्स वाई ਤੇ Z ਦੀਆਂ ਵੈਲਿਊਜ਼ ਜਿਹੜੀਆਂ ਨੇ ਫਾਈਂਡ ਕਰਨੀਆਂ ਹਨ ਤੇ ਬੱਚੋ ਅਸੀਂ ਪੜਿਆ ਸੀ ਕਿ ਡਾਇਗਨਲ ਇੱਕ ਦੂਜੇ ਨੂੰ ਸਮ ਵਿਭਾਜਿਤ ਕਰਦੇ ਹਨ मतलब कि सारे एक तो डायगनल इक्वल होंगे ने आयत विच ठीक है दूसरा वो सम विभाजित करते हैं मतलब ये वाले सारे डायगनल आपस दे विच ठीक है बराबर होंगे और अगर ये इस तरह कट रहे हैं एक दूजे ਨੂੰ OR OE ਦੇ बराबर होएगा OC ਦੇ बराबर OA ये सारे मतलब आपस ਦੇ ਵਿੱਚ बराबर हो गए कि OR OE OC ਤੇ OA ਇਹ ਸਾਰੇ ਆਪਸ ਦੇ ਵਿੱਚ ਕੀ ਹੋਣਗੇ ਬਰਾਬਰ ਹੋਣਗੇ ਓਕੇ ਔਰ ਆਪੋਜ਼ਿਟ ਸਾਈਡਸ ਜਿਹੜੀਆਂ ਨੇ ਉਹ ਤੁਹਾਨੂੰ ਇਹ ਵੀ ਪਤਾ ਹੈ ਕਿ ਇਹਦੇ ਵਿੱਚ ਬਰਾਬਰ ਹੁੰਦੀਆਂ ਨੇ ਮਤਲਬ ਇਹਦੇ ਵਿੱਚ EC ਜਿਹੜਾ ਹੈ ਉਹ RA ਦੇ ਬਰਾਬਰ ਤੇ RE ਜਿਹੜਾ ਹੈ ਉਹ AC ਦੇ ਬਰਾਬਰ ਹੋਏਗਾ ਠੀਕ ਹੈ ਸੋ ਹੁਣ ਬੱਚੋ ਕਨਸੈਪਟ ਕਲੀਅਰ ਹੈ ਤੇ ਸਮ ਕਰਨਾ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕੀ ਲਿਖਾਂਗੇ ਕਿ ਇੱਥੇ RE ਜਿਹੜਾ ਹੈ ਉਹ ਕਿਹਦੇ ਬਰਾਬਰ ਆ ਗਿਆ ਜੀ AC ਦੇ तो RE ਕੀ ਆ ਗਿਆ 4x minus 3 equal to 9 ਇੱਥੋਂ 4x ਬਰਾਬਰ 3 plus 9 ਜਿਹੜਾ ਹੈ ਉਹ 12 ਦੇ ਬਰਾਬਰ ਆਇਆ तो ਬੱਚੋ x ਦੀ ਵੈਲਿਊ 4 ਤੀਏ 12 तो ਇੱਥੋਂ ਕਿੰਨੀ ਆ ਗਈ 3 ਆ ਗਈ ਠੀਕ ਹੈ ਤੇ ਨਾਲ ਤੁਸੀਂ ਇੱਥੇ ਕੀ ਲਿਖਣਾ ਹੈ ਕਿ ਸਨਮੁਖ ਭੁਜਾਵਾਂ ਪੰਜਾਬੀ ਚ ਲਿਖੋਗੇ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਨੇ ਤੇ ਇੰਗਲਿਸ਼ ਵਿੱਚ ਲਿਖੋਗੇ ਬੱਚੋ opposite sides are equal ठीक है सो ये ਇਹਦਾ ਪਹਿਲਾ ਪਾर्ट हो गया ਉਸ ਤੋਂ ਬਾਅਦ ਆਇਤ ਦੇ ਵਿੱਚ ਅਗਲਾ ਇਦਾਂ ਹੀ ਬੱਚੋ EC ਜਿਹੜਾ ਹੈ ਉਹ RA ਦੇ ਬਰਾਬਰ ਹੋਏਗਾ ਸਿਮਿਲਰ ਐਕਸਪਲੇਨੇਸ਼ਨ ਤੁਸੀਂ ਇੱਥੇ ਮਤਲਬ ਰੀਜ਼ਨ ਜਿਹੜਾ ਹੈ ਉਹ ਇੱਥੇ ਲਿਖ ਦੇਣਾ ਕਿ ਬਿਕੋਜ਼ ਸਨਮੁਖ ਭੁਜਾਵਾਂ ਜਿਹੜੀਆਂ ਨੇ ਉਹ ਬਰਾਬਰ ਹੁੰਦੀਆਂ ਨੇ opposite sides are equal so 3y plus 4 equal to 16 3y equal to 16 minus 4 16 minus 4 ਕਿੰਨਾ ਆ ਗਿਆ ਜੀ ਇਹ 12 ਦੇ ਬਰਾਬਰ ਆਇਆ तो y ਜਿਹੜਾ ਹੈ 4 ਤੀਏ 12 तो ਵਿਦਿਆਰਥੀਓ ਇਥੋਂ y ਦਾ ਮੁੱਲ ਜਿਹੜਾ ਹੈ ਉਹ ਕਿੰਨਾ ਆ ਗਿਆ 4 ਦੇ ਬਰਾਬਰ ਹੋਏਗਾ ਠੀਕ ਹੈ ਅੱਗੇ ਮੈਂ ਤੁਹਾਨੂੰ ਕੀ ਕਿਹਾ ਸੀ ਕਿ ਡਾਇਗਨਲ ਸਾਰੇ ਬਰਾਬਰ ਹੋਣਗੇ ਡਾਇਗਨਲ ਇੱਕ ਦੂਜੇ ਨੂੰ ਸਮ ਵਿਭਾਜਿਤ ਕਰਦੇ ਹਨ तो ਇਹਦੇ ਵਿੱਚ ਬੱਚੋ OR will be equal to OE ठीक है ਕੀ ਲਿਖੋਗੇ ਕਿ ਵਿਕਰਨ ਇੱਕ ਦੂਜੇ ਨੂੰ ਸਮ ਵਿਭਾਜਿਤ ਕਰਦੇ ਹਨ ਠੀਕ ਹੈ ਵਿਕਰਨ ਕੀ ਹੈ ਇੱਕ ਦੂਜੇ ਨੂੰ ਸਮ ਵਿਭਾਜਿਤ ਕਰਦੇ ਹਨ ਯਾਨੀ ਕਿ ਉਹ ਬਰਾਬਰ ਹੁੰਦੇ ਹਨ ਠੀਕ ਹੈ ਅਗਰ ਵਿਕਰਨ ਜਿਹੜੇ ਆਇਤ ਦੇ ਵਿਕਰਨ ਬਰਾਬਰ ਹੁੰਦੇ ਹਨ ਅਤੇ ਇੱਕ ਦੂਜੇ ਨੂੰ ਸਮ ਵਿਭਾਜਿਤ ਕਰਦੇ ਹਨ ਕੱਲ ਅਸੀਂ ਬੱਚੋ ਇਹਦੇ ਵਿੱਚ ਐਗਜ਼ਾਮਪਲ ਵੀ ਕੀਤੀ ਸੀਗੀ ਠੀਕ ਹੈ ਉਹੀ ਐਗਜ਼ਾਮਪਲ ਦਾ ਵਾਲਾ ਹੀ ਸਵਾਲ ਹੈਗਾ ਇਹਦੇ ਵਿੱਚ ਫਿਰ 5z minus 3 ਓਕੇ OR ਹੋ ਗਿਆ equal to 7 ਆ ਗਿਆ ਜੀ ਤੇ ਵਿਦਿਆਰਥੀਓ ਇੱਥੇ 7 ਜਿਹੜਾ ਇੱਧਰ ਹੀ ਰਹਿਣ ਦੇਣਾ 3 ਮਾਈਨਸ ਦੇ ਦੂਸਰੀ ਸਾਈਡ ਗਿਆ ਪਲੱਸ ਦੇ ਹੋ ਗਏ ਤੇ 5 into z ਹੈ ਪੰਜੂ ਦੂਣੀ ਕਿੰਨੇ ਹੁੰਦੇ ਹਨ 10 ਠੀਕ ਹੈ ਪੰਜੂ ਦੂਣੀ ਕੀ ਹੈ 10 ਦੇਖੋ 5z ਹੈ ਨਾ ਭਾਵੇਂ ਤੁਸੀਂ ਇਹਨੂੰ z into 5 ਲਿਖ ਦਿਓ ਤਾਂ ਵੀ ਸੇਮ ਹੀ ਆ ਕਰਮ ਵਟਾਂਦਰਾ ਗੁਣ ਹੋ ਗਿਆ ਕਿ 5z equal to z5 ਠੀਕ ਹੈ ਤੇ ਵਿੱਚ ਆ ਗਿਆ ਬੱਚੋ ਗੁਣਾ ਦਾ ਨਿਸ਼ਾਨ ਇਹ ਬਰਾਬਰ ਨੇ ਇਹਨੂੰ ਕਹਿੰਦੇ ਨੇ ਕਰਮ ਵਟਾਂਦਰਾ ਗੁਣ ਠੀਕ ਹੈ ਯਾਦ ਹੋਏਗਾ ਤੁਹਾਨੂੰ ਪਹਿਲੇ ਚੈਪਟਰ ਦੇ ਵਿੱਚ ਸੀਗਾ ਤਾਂ ਪੰਜ ਦੂਣੀ 10 ਹੋ ਗਿਆ z ਦਾ ਮੁੱਲ ਵਿੱਚੋਂ ਇੱਥੋਂ ਤੁਹਾਨੂੰ ਕਿਹਦੇ ਬਰਾਬਰ ਆਏਗਾ z ਦਾ ਮੁੱਲ ਵਿੱਚੋਂ 2 ਦੇ ਬਰਾਬਰ ਹੋਵੇਗਾ ਠੀਕ ਹੈ ਤੋ ਇਹਦੇ ਵਿੱਚ z ਦਾ ਮੁੱਲ ਜਿਹੜਾ ਹੈ ਉਹ 2 ਦੇ ਬਰਾਬਰ ਹੋਣਾ ਹੈ ਇਸ ਨੂੰ ਤੁਸੀਂ ਨੋਟ ਕਰ ਲੈਣਾ ਹੈ ਜੀ ਠੀਕ ਹੈ ਤੋ ਕਿਸੇ ਵੀ ਬੱਚੇ ਨੂੰ ਕੋਈ ਡਾਊਟ ਹੈ ਤਾਂ ਉਹ ਬੱਚੋ ਪੁੱਛ ਸਕਦਾ ਹੈ ਅਦਰਵਾਈਜ਼ ਇੱਥੇ ਅਗਰ ਤੁਹਾਨੂੰ ਦਿਖਾਈ ਨਹੀਂ ਦੇ ਰਿਹਾ ਤੋ ਇੱਥੇ z equal to 10 by 5 equal to 2 ਦੇ ਬਰਾਬਰ ਹੋਵੇਗਾ ਠੀਕ ਹੈ ਤੋ ਇਹ ਕੁਐਸਚਨ ਨੰਬਰ 4 ਹੋ ਗਿਆ ਜੀ ਉਸ ਤੋਂ ਬਾਅਦ ਅਸੀਂ 5 ਕੁਐਸਚਨ ਨੰਬਰ ਕਰ ਜਾ ਰਹੇ ਹਾਂ ਇੱਕ ਸਮ ਚਤੁਰਭੁਜ ਹੈ ਸਮ ਚਤੁਰਭੁਜ ਦਾ ਮਤਲਬ ਰੋਮਬਸ ਠੀਕ ਹੈ ਕੀ ਹੈ ਰੋਮਬਸ ਹੈ ਤੋ ਇਹ ਰੋਮਬਸ ਦੇ ਨਾਲ ਰਿਲੇਟਡ ਕੁਐਸਚਨ ਹੈ ਇਹਨੇ ਰੋਮਬਸ PQRS find the value of x and y ਠੀਕ ਹੈ x and y ਇਹਦੀਆਂ ਵੈਲਿਊ ਫਾਈਂਡ ਆਊਟ ਕਰਨੀਆਂ ਨੇ ਤੋ ਸਮ ਚਤੁਰਭੁਜ ਦੇ ਵਿੱਚ ਬੱਚੋ ਵਿਕਰਨ ਜਿਹੜੇ ਨੇ ਇੱਕ ਦੂਸਰੇ ਨੂੰ ਲੰਬ ਸਮ ਵਿਭਾਜਿਤ ਕਰਦੇ ਹਨ ਠੀਕ ਹੈ ਇਹਦਾ ਮਤਲਬ ਇਹਦੇ ਵਿੱਚ ਦੇਖੋ ਹੁਣ ਇਹਦੇ ਵਿੱਚ ਉਹ ਅਗਰ ਆ O ਪੁਆਇੰਟ ਲੈਂਦੇ ਹੋ OS OP ਦੇ ਬਰਾਬਰ ਨਹੀਂ ਹੋਏਗਾ ਕਿਉਂਕਿ ਸਮ ਚਤੁਰਭੁਜ ਚ ਵਿਕਰਨ ਬਰਾਬਰ ਨਹੀਂ ਹੁੰਦੇ ਹਨ ਤੇ ਪਰ ਇੱਕ ਦੂਸਰੇ ਨੂੰ ਉਹ ਕੀ ਆ ਲੰਬ ਸਮ ਵਿਭਾਜਿਤ ਕਰਦੇ ਨੇ ਇਟ ਮੀਨਸ ਇਹਦੇ ਵਿੱਚ 3y ਤੁਸੀਂ ਕੀ ਲਿਖੋਗੇ ਕਿ OS OQ ਦੇ ਬਰਾਬਰ ਹੋਏਗਾ ਠੀਕ ਹੈ ਅਗਰ ਅਸੀਂ ਇਹਨੂੰ O ਪੁਆਇੰਟ ਲੈਂਦੇ ਆ तो OS OQ ਦੇ ਬਰਾਬਰ ਆ ਗਿਆ 3y plus 2 equal to 11 ठीक है
ਕਿ ਇੱਥੇ ਤੁਸੀਂ ਰੀਜ਼ਨ ਕੀ ਦੇਣਾ ਹੈ ਕਿ ਵਿਕਰਨ ਇੱਕ ਦੂਜੇ ਨੂੰ ਲੰਬ ਸਮਬ ਦੁਭਾਜਿਤ ਕਰਦੇ ਹਨ। ਇੱਥੇ ਲਿਖਣਾ ਹੈਗਾ ਕਿ ਡਾਇਗਨਲਸ ਆਫ ਏ ਰੋਮਬਸ ਬਾਈਸੈਕਟ ਈਚ ਅਦਰ, ਠੀਕ ਹੈ, ਬਾਈਸੈਕਟ ਈਚ ਅਦਰ। ਔਰ ਸਿਮਿਲਰਲੀ ਬੱਚੋ OP ਜਿਹੜਾ ਹੈ that will be equal to OR, तो OP ਦੀ ਵੈਲਿਊ ਆ ਗਈ 2x minus 1 equal to OR ਹੈਗਾ 9 ਦੇ, तो इथों 2x equal to 9 plus 1 equal to 10 आ गया, तो x का मोल बच्चों 5 के बराबर आएगा। सिमिलरली 3y equal to 11 minus 2 9, तो 3y y का मोल आ गया 9/3 बराबर 3, तो y की वैल्यू जी है वो 3 के बराबर होगी। क्वेश्चन नंबर 5 तुहाडा डन है। ओके जी, उस तो बाद नैक्सट हुण क्वेश्चन नंबर 6 करन जा रहे हाँ। ਇਹਦੇ ਵਿੱਚ ਬੱਚੋ ਕੀ ਹੈ, ਇਹਦੇ ਵਿੱਚ ਇੱਕ ਆਇਤ ਦਿੱਤੀ ਹੈ। ਆਇਤ ਦੇ ਵਿੱਚ ਬੱਚੋ ਤੁਸੀਂ ਐਂਗਲ ਜਿਹੜਾ ਹੈ ਉਹ ਤੁਸੀਂ ਇਹ ਵਾਲਾ ਬਾਹਰ ਵਾਲਾ ਐਂਗਲ बाहर वाला तो नहीं, मतलब ए वाला एंगल जोड़ा है फाइंड आउट करना है, ठीक है। दिस वन ये एंगल तुसी इत्थे ड्रॉ फाइंड आउट करोगे, तो इनू असी हुण फाइंड आउट करन जा रहे हाँ। ओके जी, तो आओ विद्यार्थियों ये वाला एंगल, ठीक है, मैं जो एंगल बनाया रेड कलर ना जो ब्लैक ना, तो ये एंगल असी फाइंड आउट करना है। इत्थे तुहानूं पता ये वाला एंगल 90 डिग्री का होएगा। तो बच्चों ACB एक की बनती है त्रिभुज बन रही है, ठीक है। तो त्रिभुज बन रही है, तो त्रिभुज का तो तुहानूं कंसैप्ट पता ही है कि त्रिभुज के अंदरूनी कोणों का जोड़ कितना हुंदा है, वो बच्चों हुंदा है 180 डिग्री, ठीक है। कितना हुंदा है 180 डिग्री। इट मीनस इत्थे की लिखोगे इन आ ट्रायंगल ABC या राइट एंगल ट्रायंगल, ठीक है, ABC जिहदे विच एंगल CAB जमा एंगल ABC जमा एंगल ACB ਜਿਹੜਾ ਕਿ ਤੁਸੀਂ फाइंड आउट करना है इक्वल होएगा 180 डिग्री ਦੇ। ACB ਦਾ ਮੁੱਲ ਜਿਹੜਾ ਹੈ ਉਹ 36 डिग्री ਦਿੱਤਾ है, ABC ਦਾ ਮੁੱਲ ਜਿਹੜਾ ਹੈ ਉਹ ਵਿੱਚੋਂ 90 डिग्री, ਕਿਉਂਕਿ ਰਾਈਟ ਐਂਗਲ ਟ੍ਰਾਇੰਗਲ ਬਣ ਰਹੀ ਹੈ। ਆਇਤ ਵਿੱਚ ਸਾਰੇ ਕੋਣ 90 डिग्री ਦੇ ਹੁੰਦੇ ਨੇ ਅੰਦਰੂਨੀ ਕੋਣ। ਤੇ ਵਿਦਿਆਰਥੀਓ ACB ਤੁਸੀਂ फाइंड आउट करना है 36 जमा 90, ठीक है, 36 जमा 90 126 हो गया। तो 126 ਜਿਹੜੇ ਨੇ ਮਾਈਨਸ ਦੇ ਹੋ ਗਏ ਦੂਜੇ ਸਾਈਡ ਜਾਣਗੇ, तो 126 ਜਦੋਂ ਤੁਸੀਂ ਮਾਈਨਸ ਕਰੋਗੇ ਤਾਂ ਇਹ ਤੁਹਾਨੂੰ 54 डिग्री ਜਿਹੜਾ ਹੈ ਉਹ ਪ੍ਰਾਪਤ ਹੋਏਗਾ। तो ACB ਦਾ ਮੁੱਲ ਇਥੋਂ 54 डिग्री ਹੋਏਗਾ ਜੀ, ठीक है। ਕਿੰਨਾ ਆਨਸਰ ਆਇਆ 54 डिग्री। ओके, नैक्सट बच्चों ਹੁਣ मल्टीपल चॉइस क्वेश्चन ਹਨ, आओ ਇਹਨਾਂ ਨੂੰ फटाफट कर ਲੈਂਦੇ ਆ। मल्टीपल चॉइस क्वेश्चन ਦੇ ਵਿੱਚ ਪਹਿਲਾ ਹੈ सम ऑफ द एडजेसेंट एंगल्स ऑफ ए पैरेललोग्राम, यानी कि एक समांतर चतुर्भुज, समांतर चतुर्भुज ਤੁਸੀਂ ਨਾਲ ਡਰਾ ਕਰਨੀ ਹੈ ਫਿਰ ਸਮ ਕਰਨੇ ਨੇ, ਇਹ ਡਾਇਰੈਕਟ ਕਿਸੇ ਨੇ ਨਹੀਂ ਕਰਨਾ। समांतर चतुर्भुज ABCD ਲੈ ਲੈਣੀ ਹੈ। तो ਇਹਦੇ ਵਿੱਚ एडजेसेंट एंगल यानी कि ਲਾਗਵੇਂ ਕੋਣ, तो ਲਾਗਵੇਂ ਕੋਣਾਂ ਦਾ ਜੋੜ ਵਿੱਚੋਂ 180 डिग्री ਹੁੰਦਾ है। ਆ एंगल ਦਾ ਕੋਣ 180 डिग्री ਹੋਏਗਾ। ਇਦਾਂ ਹੀ एंगल B ਇਹ ਲਿਖਣਾ ਹੈ ਤੁਸੀਂ, एंगल B जमा एंगल C ਇਹ भी 180 डिग्री ਹੋਏਗਾ। इदी बच्चों एंगल C ते एंगल D का जोड़ जिहड़ा है वो 180 डिग्री के बराबर होएगा। इदी एंगल A प्लस एंगल D जिहड़ा है वो भी 180 डिग्री ही होएगा। तो ये नाल जरूर लिखना है, फिर उस तो बाद सम करना है। तो पहला सम दे विच आंसर आएगा बी ऑप्शन। अगला है एक समांतर चतुर्भुज दे जेकर लागमे कोण बराबर होण तां किहड़ी चतुर्भुज बनदी है। यह है एडजेसेंट एंगल्स ऑफ ए पैरेललोग्राम आर इक्वल। देखो बच्चों ये पैरेललोग्राम है, ठीक है, एक ही है पैरेललोग्राम। तो पैरेललोग्राम दे विच आह वाला कोण कदी भी इहदे बराबर नहीं हुंदा, पर जेकर जेकर तुसीं इस फिगर नूं इस तरीके नाल चेंज कर दिंदे हो, मतलब आ पॉइंट जिहड़ा है इहनूं इत्थे लै जाओ और ये वाला पॉइंट इत्थे लै जाओ, तां तुहाडी फिगर कुछ इस तरीके नाल बन गई, ठीक है, ये हो गई ना। तो ये किहड़ी फिगर बनी, ये बनी बच्चों आयत, ठीक है, की बनी है आयत बनी है, ਜਿਹਦੇ ਹੁਣ ਲਾਗਵੇਂ ਕੋਣ ਜਿਹੜੇ ਨੇ ਬਰਾਬਰ ਹੋ ਗਏ। ਇੱਥੇ ਲਾਗਵੇਂ ਕੋਣ ਬਰਾਬਰ ਨਹੀਂ ਹਨ, ਆ A ਕੋਣ B ਕੋਣ ਦੇ ਬਰਾਬਰ ਨਹੀਂ ਹੈ, ਠੀਕ ਹੈ, ਪਰ ਇੱਥੇ A ਕੋਣ ਜਿਹੜਾ ਹੈ ਉਹ B ਕੋਣ ਦੇ ਕੀ ਹੋ ਗਿਆ ਬਰਾਬਰ ਹੋ ਗਿਆ। ਤੇ ਇਦਾਂ ਹੀ ਵਿੱਚੋਂ C ਤੇ D B ਤੇ C ਸਾਰੇ ਆਪਸ ਦੇ ਵਿੱਚ ਬਰਾਬਰ ਹੋ ਜਾਣਗੇ। तो ਇਹ ਵਿੱਚੋਂ ਬਣ ਗਈ ਇੱਕ ਆਇਤ। ओके, तो ਇਹਦਾ ਆਨਸਰ ਆਏਗਾ ए ऑप्शन। अगला है जेकर एक सम चतुर्भुज ਦੇ ਲਾਗਵੇਂ ਕੋਣ ਬਰਾਬਰ ਹੋਣ ਤਾਂ ਉਹ ਕਿਹੜੀ ਚਤੁਰਭੁਜ ਬਣਦੀ ਹੈ। ਹੁਣ ਇਹ ਆ ਗਿਆ ਸਮ ਚਤੁਰਭੁਜ ਦੇ ਲਾਗਵੇਂ ਕੋਣ ਬਰਾਬਰ ਹੋਣ, ਸਮ ਚਤੁਰਭੁਜ ਦੇ। तो मैं ਇਹਨੂੰ ਡਰਾ ਅੱਗੇ ਕਰ ਦਿੰਦਾ। क्वेश्चन ਕੀ ਹੈ कि we have a rhombus, अगर ਉਹਦੇ adjacent एंगल ਜਿਹੜੇ ਨੇ इक्वल कर दईए ਤਾਂ ਉਹ पॉलीगन ਕਿਹੜੀ ਹੋਏਗੀ। तो विद्यार्थियों
ਇੱਥੇ ਪਹਿਲਾਂ ਤੇ ਸਮ ਚਤੁਰਭੁਜ ਬਣਾਓ ਤੁਸੀਂ, ਠੀਕ ਹੈ। ਸਮ ਚਤੁਰਭੁਜ ਯਾਨੀ ਕਿ ਸਮ ਚਤੁਰਭੁਜ ਮਤਲਬ ਕਿ ਰੋਮਬਸ, ਠੀਕ ਹੈ। ਇਹ ਰੋਮਬਸ ਬਣ ਗਏ। ਰੋਮਬਸ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਸਾਰੇ ਕੋਣ ਜਿਹੜੇ 90 ਡਿਗਰੀ ਦੇ ਹੀ ਹੁੰਦੇ ਆ, ਠੀਕ ਹੈ। ਕੀ ਹੁੰਦੇ ਨੇ? 90 ਡਿਗਰੀ ਦੇ ਹੁੰਦੇ ਤੇ ਪਰ ਵਿਕਰਨ ਜਿਹੜੇ ਆ ਉਹ ਬਰਾਬਰ ਨਹੀਂ ਹੁੰਦੇ ਹਨ, ਵਿਕਰਨ ਬਰਾਬਰ ਨਹੀਂ ਹੁੰਦੇ ਹਨ। ਇੱਕ ਇੱਥੇ ਇਹ ਕਿਹਾ ਕਿ ਜੇਕਰ ਇੱਕ ਸਮ ਚਤੁਰਭੁਜ ਦੇ ਲਾਗਵੇਂ ਕੋਣ ਬਰਾਬਰ ਹੋਣ, ਲਾਗਵੇਂ ਕੋਣ, ਲਾਗਵੇਂ ਇਹਦੇ ਵਿੱਚ ਇੱਕ ਮਿੰਟ ਬੱਚੋ, ਇੱਥੇ ਥੋੜੀ ਜਿਹੀ ਚੇਂਜ ਕਰਨੀ ਪੈਣੀ। ਜਿਹੜੀ ਸਮ ਚਤੁਰਭੁਜ ਹੈ, 1 ਸੈਕਿੰਡ, ਸਮ ਚਤੁਰਭੁਜ ਕੁਛ ਇਸ ਤਰੀਕੇ ਨਾਲ ਹੁੰਦੀ ਹੈ, ਠੀਕ ਹੈ। ਮੈਂ ਥੋੜੀ ਜਿਹੀ ਸ਼ੇਪ ਚੇਂਜ ਕਰ ਦਿੰਦਾ। ਇਹਦੇ ਵਿੱਚ ਆਮੋ ਸਾਹਮਣੇ ਦੇ ਕੋਣ ਜਿਹੜੇ ਆ ਉਹ ਬਰਾਬਰ ਹੁੰਦੇ ਨੇ, ਠੀਕ ਹੈ। ਆਮੋ ਸਾਹਮਣੇ ਦੇ ਮਤਲਬ ਆਹ ਵਾਲਾ ਕੋਣ ਜਿਹੜਾ ਹੈ ਇਹ ਕੋਣ ਇਹਦੇ ਬਰਾਬਰ ਹੋਏਗਾ, ਇਹ ਵਾਲਾ ਕੋਣ ਇਹਦੇ ਬਰਾਬਰ ਹੋਏਗਾ। ਇਹ ਬਣੀ ਹੈ ਤੁਹਾਡੇ ਕੋਲ ਰੋਮਬਸ, ਠੀਕ ਹੈ। ਕੀ ਹੈ? ਰੋਮਬਸ। ਔਰ ਰੋਮਬਸ ਦੇ ਵਿੱਚ ਬੱਚੋ ਡਾਇਗਨਲ ਇੱਕ ਦੂਜੇ ਨੂੰ ਲੰਬ ਸਮਬ ਦੁਭਾਜਿਤ ਕਰਦੇ ਹਨ ਤੇ ਆਹ ਡਾਇਗਨਲ D1 ਇਹ D2 ਦੇ ਬਰਾਬਰ ਨਹੀਂ ਹੁੰਦਾ ਹੈ, ਠੀਕ ਹੈ। D1 D2 ਦੇ ਬਰਾਬਰ ਨਹੀਂ ਹੁੰਦਾ ਹੈ, ਪਰ ਇਹ ਵਾਲੇ ਕੋਣ ਜਿਹੜੇ ਨੇ ਉਹ 90 ਡਿਗਰੀ ਦੇ ਹੁੰਦੇ ਹਨ। ਹੁਣ ਅਸੀਂ ਕੀ ਕੀਤਾ, ਇਹਨੂੰ ਇਸ ਫਿਗਰ ਦੇ ਵਿੱਚ ਇਸ ਤਰ੍ਹਾਂ ਫਿਗਰ ਦੇ ਵਿੱਚ ਚੇਂਜ ਕੀਤਾ, ਠੀਕ ਹੈ। ਫਿਗਰ ਦੇ ਵਿੱਚ ਚੇਂਜ ਕਰ ਦਿੱਤਾ ਕਿ ਜਿਸ ਫਿਗਰ ਦੇ ਵਿੱਚ ਇਸ ਦੇ ਸਨਮੁਖ ਕੋਣ ਜਿਹੜੇ ਨੇ ਉਹ ਵੀ ਬਰਾਬਰ ਹੋ ਗਏ। ਸਨਮੁਖ ਕੋਣ ਸਮਝਦੇ ਹੋ? ਇੱਥੇ ਸਨਮੁਖ ਕੋਣ ਬਰਾਬਰ ਨਹੀਂ ਹੈ। ਆ ਇੱਕ ਐਂਗਲ, ਦੋ ਐਂਗਲ, ਤਿੰਨ ਐਂਗਲ, ਚਾਰ ਐਂਗਲ। ਜਿਹੜਾ 1 ਐਂਗਲ ਹੈ ਉਹ 3 ਦੇ ਬਰਾਬਰ ਹੈ, ਬਟ ਐਂਗਲ 2 ਜਿਹੜਾ ਹੈ ਉਹ ਐਂਗਲ 4 ਦੇ ਬਰਾਬਰ ਹੈ, ਬਟ ਐਂਗਲ 1 is not equal to angle 2. Similarly angle 2 is not equal to angle 3, ਠੀਕ ਹੈ। ਐਂਗਲ ਆਪਸ ਦੇ ਵਿੱਚ ਬਰਾਬਰ ਨਹੀਂ ਹਨ। ਪਰ ਤੁਸੀਂ ਇਹਨੂੰ ਟਰਾਂਸਫੋਰਮੇਸ਼ਨ ਇਸ ਤਰ੍ਹਾਂ ਕੀਤੀ ਕਿ ਇਹਦੇ ਵਿੱਚ ਆ ਕੋਣ ਸਾਰੇ ਦੇ ਸਾਰੇ ਆਪਸ ਦੇ ਵਿੱਚ ਕੀ ਲਾਗਵੇਂ ਕੋਣ ਬਰਾਬਰ ਹੋ ਗਏ। ਅਗਰ ਦੋ ਬਰਾਬਰ ਆ ਤੇ ਫਿਰ ਅਗਲੇ ਦੋ ਵੀ ਬਰਾਬਰ ਹੀ ਹੋਣਗੇ। ਮਤਲਬ ਹੁਣ 1 2 3 ਤੇ 4 ਐਂਗਲ 1 ਐਂਗਲ 2 ਐਂਗਲ 3 ਐਂਗਲ 4 ਇਹ ਸਾਰੇ ਬਰਾਬਰ ਹੋ ਗਏ। ਜਦੋਂ ਐਂਗਲ ਸਾਰੇ ਬਰਾਬਰ ਹੋ ਗਏ ਤਾਂ ਬੱਚੋ ਇਹਦੇ ਵਿੱਚ ਜਿਹੜੇ ਡਾਇਗਨਲ ਨੇ ਉਹ ਵੀ ਬਰਾਬਰ ਹੋ ਜਾਣੇ ਹਨ, ਠੀਕ ਹੈ। D1 ਤੇ D2 ਜਿਹੜੇ ਨੇ ਉਹ ਵੀ ਕੀ ਹੋ ਜਾਣੇ ਨੇ? ਬਰਾਬਰ ਹੋ ਜਾਣੇ ਨੇ, ਯਾਨੀ ਕਿ D1 D2 ਦੇ ਬਰਾਬਰ ਹੋਣਗੇ। ਤਾਂ ਇਹ ਵਿਦਿਆਰਥੀਓ ਹੋਏਗਾ, ਇਹ ਕੀ ਹੋਏਗਾ? ਇਹ ਇੱਕ ਸਕੁਅਰ ਬਣ ਗਿਆ, ਯਾਨੀ ਕਿ ਵਰਗ ਬਣ ਗਿਆ, ਠੀਕ ਹੈ। ਕੀ ਬਣ ਗਿਆ ਜੀ? ਵਰਗ। ਇੰਨਾ ਤੁਹਾਨੂੰ ਸੋਚਣਾ ਪੈਣਾ। ਜਦੋਂ ਤੁਸੀਂ ਇੰਨਾ ਸੋਚ ਲਿਆ ਨਾ ਫਿਰ ਤੁਹਾਡਾ ਸਮ ਕਦੀ ਗਲਤ ਨਹੀਂ ਹੋਏਗਾ। तो ਇਹਦਾ ਆਂਸਰ ਆਏਗਾ ਵਰਗ, ਠੀਕ ਹੈ। ਕੀ ਆਂਸਰ ਆਏਗਾ ਜੀ? ਵਰਗ, ਯਾਨੀ ਕਿ ਸਕੁਅਰ। ਇਹ ਨਾਲ ਕਰਨਾ ਹੈ, ਜਦੋਂ ਸਮ ਕਰਨਾ ਹੈ ਨਾਲ ਕਰਨਾ ਹੈ, ਓਕੇ। ਅਗਲਾ ਸਮ ਹੈਗਾ ਇਫ 3 ਡਿਗਰੀ ਐਂਡ 120 ਡਿਗਰੀ ਆਰ ਦੀ ਐਡਜੇਸੈਂਟ ਐਂਗਲ ਆਫ ਏ ਰੋਮਬਸ। तो ਸਾਡੇ ਕੋਲ ਜਿਹੜੀ ਰੋਮਬਸ ਬਣੀ ਹੈ, ਇਸ ਰੋਮਬਸ ਦੇ ਵਿੱਚ ਆ ਮੰਨ ਲਓ ਐਂਗਲ 1 ਹੈ। ਤੁਸੀਂ ਫਿਗਰ ਦੁਬਾਰਾ ਬਣਾ ਲੈਣੀ ਇੱਥੇ, ਠੀਕ ਹੈ। ਮੈਂ ਬਣਾ ਦਿੰਦਾ ਦੁਬਾਰਾ ਰੋਮਬਸ ਨੂੰ। ਰੋਮਬਸ ਇਸ ਤਰ੍ਹਾਂ ਤਰੀਕੇ ਨਾਲ ਹੋ ਗਈ। तो ਇਹਦੇ ਵਿੱਚ एंगल आ 3y है और ਇਹ वाला 120 डिग्री है, दोनों बराबर नहीं ਹਨ, ठीक है। तो ਇਹ ਸਮਚਤੁਰਭੁਜ ਦੇ ਦੋ ਲਾਗਵੇਂ ਕੋਣ ਆ, ਪਰ ਲਾਗਵੇਂ ਕੋਣਾਂ ਦਾ ਜੋੜ ਤੁਹਾਨੂੰ ਮੈਂ ਹੁਣੀ ਦੱਸਿਆ ਸੀ ਕਿ ਇਹ 180 ਡਿਗਰੀ ਹੁੰਦਾ ਹੈ। तो इथों 3y इक्वल टू 180 माइनस 120, 120 दूसरी साइड गए तो ये 60 आ गया। तो 3y, y इज इक्वल टू 60 डिवाइड बाय 3 इक्वल टू 20 आया, मतलब कि y ਦਾ ਮੁੱਲ 20 डिग्री ਦੇ ਬਰਾਬਰ ਹੋਵੇਗਾ। तो ਇਹਦਾ ਆਨਸਰ ਜਿਹੜਾ ਹੈ ਉਹ ਕਿਹੜਾ ਆਣਾ ਹੈ? ਉਹ ਬੱਚੋ 20 डिग्री ਹੋਵੇਗਾ। ਕਲੀਅਰ ਟੂ ਆਲ। तो ਇਹ ਬੱਚੋ ਤੁਹਾਡੇ ਕੁਐਸਚਨ ਸੀਗੇ, ਠੀਕ ਹੈ। ਇਹਨਾਂ ਕੁਐਸਚਨਸ ਨੂੰ ਹੁਣ ਤੁਸੀਂ ਕਰ ਲੈਣਾ। ਇਹ ਕੁਐਸਚਨ ਦੁਬਾਰਾ ਇੱਥੇ ਦਿੱਤਾ ਹੋਇਆ, ਠੀਕ ਹੈ। ਇਸ ਕੁਐਸਚਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਦੁਬਾਰਾ ਹੀ ਕੁਐਸਚਨ ਆ ਗਿਆ। ਕਿਹੜੇ ਕਿਹੜੇ ਅਸੀਂ ਕੀਤੇ ਹਨ? ਸਭ ਤੋਂ ਪਹਿਲਾ ਕੁਐਸਚਨ ਅਸੀਂ ਜਿਹੜਾ ਕੀਤਾ ਹੈ ਉਹਦਾ ਆਨਸਰ ਸਾਡਾ ਅਸੀਂ ਕਿ ਸਮਾਂਤਰ ਚਤੁਰਭੁਜ ਦੇ ਲਾਗਵੇਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਉਸ ਤੋਂ ਬਾਅਦ ਅਸੀਂ ਕਰ ਲਿਆ ਕਿ ਸਮਾਂਤਰ ਚਤੁਰਭੁਜ ਦੇ ਜੇਕਰ ਲਾਗਵੇਂ ਕੋਣ ਬਰਾਬਰ ਹੋਣ ਤਾਂ ਕਿਹੜੀ ਚਤੁਰਭੁਜ ਹੋਏਗੀ? तो ਇਹ ਆਨਸਰ ਆਇਆ ਸੀ ਆਇਤ। ਜੇਕਰ ਇੱਕ ਸਮ ਚਤੁਰਭੁਜ ਦੇ ਲਾਗਵੇਂ ਕੋਣ ਬਰਾਬਰ ਹੋਣ ਤਾਂ ਉਹ ਕਿਹੜੀ ਚਤੁਰਭੁਜ ਬਣਦੀ ਹੈ? ਉਹ ਵਰਗ ਬਣ ਗਿਆ। ਤੇ ਜੇਕਰ ਦੋ ਲਾਗਵੇਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਸਮ ਚਤੁਰਭੁਜ ਦੇ ਵਿੱਚ, ਲਾਗਵੇਂ ਕੋਣ ਆ ਸਮ ਚਤੁਰਭੁਜ ਤੇ ਦੋਨਾਂ ਦਾ ਜੋੜ 180 ਡਿਗਰੀ ਬਰਾਬਰ ਹੋਊਗਾ, ਤਾਂ ਉੱਥੋਂ ਫਿਰ y ਦਾ ਮੁੱਲ ਪਤਾ ਕਰਨਾ ਸੀ ਜੋ ਕਿ 20 ਡਿਗਰੀ ਦੇ ਬਰਾਬਰ ਆਇਆ ਹੈ। ਸੋ ਦਿਸ ਇਜ਼ ਆਲ ਅਬਾਊਟ 3.2 ਐਕਸਰਸਾਈਜ਼। ਇਹ ਤੁਹਾਡੀ ਲਾਸਟ ਐਕਸਰਸਾਈਜ਼ ਸੀਗੀ। ਇਹ ਬੱਚੋ ਹੋ ਗਈ। ਇਸ ਤੋਂ ਬਾਅਦ ਹੁਣ ਕਿਰਿਆਵਾਂ ਹਨ ਉਹ ਅਸੀਂ ਹੁਣ ਕਰਨੀਆਂ ਹਨ, ਜੋ ਇਹ ਤੁਹਾਡੀ ਪ੍ਰੈਕਟੀਕਲ ਵਾਲੀ ਕਾਪੀ ਤੇ ਬਣਨੀਆਂ ਹਨ, ਓਕੇ ਜੀ। तो ਪ੍ਰੈਕਟੀਕਲ ਦੀ ਅਲੱਗ ਕਾਪੀ, ਮਤਲਬ ਕਿ ਅਲੱਗ ਕਾਪੀ ਦਾ ਮਤਲਬ ਇੱਕ ਕਾਪੀ ਅਲੱਗ ਦਾ ਮਤਲਬ ਹੁੰਦਾ ਹੈ ਕਿ ਸਿੰਪਲ ਕਾਪੀ ਲਗਾ ਲੈਣੀ, ਠੀਕ ਹੈ। तो ਉਹਦੇ ਤੇ ਅਸੀਂ ਇਹ ਪ੍ਰੈਕਟੀਕਲ ਹੁਣ ਕਰਨੇ ਹਨ। ਥੈਂਕ ਯੂ ਵੈਰੀ ਮੱਚ। ਇਹਨੂੰ ਬੱਚੋ ਤੁਸੀਂ ਹੁਣ ਸਾਰਿਆਂ ਨੇ ਆਪਣੀ ਆਪਣੀ ਕਾਪੀ ਤੇ ਕਰ ਲੈਣਾ, ਰਿਵਾਈਜ਼ ਕਰ ਲੈਣਾ ਸਾਰੇ ਬੱਚਿਆਂ ਨੇ।
ਆਸ ਹੈ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਥੈਂਕ ਯੂ।